ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਯੋ ਮੋਟੀਵੇਸ਼ਨ ਨਾਟ ਸਾਹਿਲ ਤੋਂ ਸਾਹਿਲ ਐਂਡ ਜਿੱਦਾਂ ਕਿ ਤੁਸੀਂ ਸਾਰੇ ਵੀਡੀਓ 'ਚ ਦੇਖ ਰਹੇ ਹੋ ਕਿ ਮੇਰੇ ਨਾਲ ਕੁਲਦੀਪ ਸਿੰਘ ਜੀ ਨੇ ਤੇ ਇਹਨਾਂ ਨਾਲ ਜਿਹੜਾ ਮੇਲ ਹੋਇਆ ਸੀਗਾ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਹੋਇਆ ਸੀਗਾ। ਤੇ ਸਰ ਇੱਕ ਯੋਗ ਗੁਰੂ ਟੀਚਰ ਮਾਰਸ਼ਲ ਆਰਟ ਸਾਰਾ ਕੁਛ ਇਹਨਾਂ ਦੀ ਪ੍ਰੋਫਾਈਲ ਦਾ ਲਿੰਕ ਵੀ ਸ਼ਾਇਦ ਮੈਂ ਆਪਣੇ ਇਸ ਪੋਸਟ ਤੇ ਪਾਉਂਗਾ। ਤੇ ਸਰ ਅੱਜ ਮੇਰੇ ਆਫਿਸ ਸਟੂਡੀਓ ਯੋ ਮੋਟੀਵੇਸ਼ਨ ਨਾਟ ਸਾਹਿਲ ਦੇ ਆਫਿਸ ਮਿਲਣ ਲਈ ਆਏ ਸੀਗੇ ਫॉर द ਫਰਸਟ ਟਾਈਮ। ਤੇ ਜਿਵੇਂ ਕਹਿੰਦੇ ਆ ਕਿ ਜਦੋਂ ਛੋਟੀ ਮੋਟੀ ਕੋਈ ਨਦੀ ਹੁੰਦੀ ਹੈ ਉਹ ਉਹਦੇ ਤੋਂ ਕੋਈ ਦਰਿਆ ਕੋਈ ਸਾਗਰ ਮਹਾਸਾਗਰ ਟੱਚ ਕਰਕੇ ਨਾਲੋਂ ਲੰਘਦਾ ਹੈ ਨਾ, ਉਹ ਕੋਈ ਨਾ ਕੋਈ ਇਹੋ ਜਿਹੀ ਚੀਜ਼ ਉਸ ਸਾਗਰ ਤੋਂ ਉਸ ਸਮੁੰਦਰ ਤੋਂ ਮੰਗਦੀ ਹੈ ਕਿ ਮੈਂ ਇੱਕ ਬਹੁਤ ਛੋਟੀ ਨਦੀ ਹੈ ਕਿ ਤੂੰ ਕੁਛ ਨਾ ਕੁਛ ਆਪਣਾ ਇਹੋ ਜਿਹਾ ਅੰਸ਼ ਮੈਨੂੰ ਦੇ ਕੇ ਜਾ। ਤੇ ਬਸ ਉਹੀ ਚੀਜ਼ ਕਿ ਜਿਹੜੀ ਕਿ ਹਮੇਸ਼ਾ ਇਸ ਆਫਿਸ ਦੇ ਨਾਲ ਰਹੇਗੀ। ਤੇ ਕੁਲਦੀਪ ਜੀ ਤੋਂ ਇਹੋ ਜਿਹੇ 2 ਕੁਐਸਚਨ ਦੇ ਆਨਸਰ ਲੈਣੇ ਹੈ, 2 ਸਵਾਲਾਂ ਦੇ ਜਵਾਬ ਲੈਣੇ ਆ ਤੇ ਜਿਹੜੇ ਕਿ ਮੇਰੇ ਇਸ ਆਫਿਸ ਦੇ ਕਹਿ ਲਓ ਵਿੱਚ ਹਮੇਸ਼ਾ ਰਹਿਣਗੇ। ਤੇ ਉਹ ਕੁਐਸਚਨ ਮੈਂ ਪਹਿਲਾਂ ਹੀ ਦੱਸ ਦਿੰਦਾ ਕਿ ਪਹਿਲਾ ਕੁਐਸਚਨ ਇਹ ਹੈ ਕਿ ਕੁਲਦੀਪ ਜੀ ਨੂੰ ਮੈਂ ਜਾਣਦਾ ਵਾਂ, ਇਹ ਬਹੁਤ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਹੈ, ਲੜਕੇ ਲੜਕੀਆਂ ਨੂੰ ਟ੍ਰੇਨਿੰਗ ਦਿੰਦੇ ਹੈ। ਤੇ ਇੱਕ ਜਿਹੜਾ ਗੁਰੂ ਹੁੰਦਾ, ਜਿਹੜਾ ਟੀਚਰ ਹੁੰਦਾ, ਉਹ ਜਦੋਂ ਵੀ ਸਮਾਜ ਨੂੰ ਕੁਝ ਦਿੰਦਾ ਹੈ ਉਹਦੇ ਪਿੱਛੇ ਇੱਕ ਆਬਜੈਕਟਿਵ ਹੁੰਦਾ ਹੈ। ਸਮਾਜ ਦੇ ਵਿੱਚ ਆਬਜੈਕਟਿਵ ਹੁੰਦਾ ਇੱਕ ਟੀਚਰ ਦਾ ਕਿ ਉਹ ਸਮਾਜ ਨੂੰ ਦੇਣਾ ਕੀ ਚਾਹੁੰਦਾ। ਤੇ ਮੇਰਾ ਪਹਿਲਾ ਸਵਾਲ ਕੁਲਦੀਪ ਜੀ ਨੂੰ ਇਹ ਹੈ ਕਿ ਉਹ ਇਸ ਸਮਾਜ ਨੂੰ ਕਿਹੜੀਆਂ ਇੱਦਾਂ ਦੀਆਂ 3 ਚੀਜ਼ਾਂ ਨੇ ਜਿਹੜੀ ਦੇ ਰਹੇ ਹੈ ਆਪਣੀ ਟੀਚਿੰਗ ਰਾਹੀਂ ਜਾਂ ਆਪਣੇ ਕਿਸੇ ਵੀ ਐਕਸ਼ਨ ਰਾਹੀਂ ਐਜ਼ ਅ ਟੀਚਰ। ਦੂਜਾ ਸਵਾਲ ਮੇਰਾ ਇਹ ਹੈ ਕਿ ਜਿਹੜੀ ਇੱਕ ਐਜ਼ ਅ ਹਿਊਮਨ ਬੀਇੰਗ ਮੈਨੂੰ ਇੱਕ ਚੀਜ਼ ਹੈ ਜਿਹੜਾ ਬਹੁਤ ਦੁੱਖ ਦਿੰਦੀ ਹੈ, ਉਹ ਹੈ ਫੀਮੇਲ ਫਰਟੀਸਾਈਡ, ਕਿ ਇੱਕ ਲੜਕੀ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਉਸ ਪ੍ਰਤੀ ਕੁਲਦੀਪ ਜੀ ਤੋਂ ਮੈਂ ਇਹੀ ਜਾਣਨਾ ਚਾਹੁੰਦਾ ਵਾ ਉਹਨਾਂ ਦੇ ਕੀ ਵਿਊਜ਼ ਨੇ ਤੇ ਉਸ ਨੂੰ ਰੋਕਣ ਲਈ ਆਪਾਂ ਕੀ ਕਰ ਸਕਦੇ ਹਾਂ। ਦੂਸਰਾ ਵੀ ਇਸੇ ਸਵਾਲ ਨਾਲ ਜੁੜਿਆ ਇੱਕ ਉਹਦਾ ਪਾਰਟ ਹੈ, ਉਹ ਇਹ ਹੈ ਕਿ ਇੱਕ ਫੀਮੇਲ ਦੀ ਸਿਕਿਉਰਿਟੀ ਲਈ, ਉਹਦੀ ਸੇਫਟੀ ਲਈ ਕੁਲਦੀਪ ਜੀ ਕੀ ਸਮਾਜ ਵਿੱਚ ਆਪਾਂ ਯੋਗਦਾਨ ਦੇ ਸਕਦੇ ਹਾਂ, ਕਿਉਂਕਿ ਇਹ ਮਾਰਸ਼ਲ ਆਰਟਸ ਦੇ ਵੀ ਟੀਚਰ ਨੇ, ਸੈਲਫ ਡਿਫੈਂਸ ਵੀ ਸਿਖਾਉਂਦੇ ਆ। ਤੇ ਇਹੀ 2 ਸਵਾਲ ਮੈਂ ਕੁਲਦੀਪ ਜੀ ਨੂੰ ਪੁੱਛਾਂਗਾ ਤੇ ਕੁਲਦੀਪ ਜੀ ਇਹ 2 ਸਵਾਲ ਦੇ ਜਵਾਬ ਦੇਣ ਤੋਂ ਬਾਅਦ ਇੱਕ ਲਾਈਨ ਮੇਰੇ ਲਈ ਵੀ ਬੋਲ ਦੇਣਾ ਕਿ ਆਫਿਸ ਤੁਸੀਂ ਫਸਟ ਟਾਈਮ ਆਏ ਹੋ, ਕਿ ਆਪਾਂ ਇੱਕ ਇਨਸਾਨ ਦੇ ਨਾਤੇ ਇੱਕ ਇਨਸਾਨ ਨਾਲ ਜੁੜੇ ਹਾਂ ਤੇ ਤੁਹਾਨੂੰ ਇਸ ਆਫਿਸ ਬਾਰੇ ਵੀ ਜ਼ਰੂਰ ਬੋਲਣਾ ਲਾਸਟ 'ਚ। ਪਹਿਲਾਂ ਇਹ ਦੋਨਾਂ ਸਵਾਲ ਦੇ ਜਵਾਬ ਆਪਾਂ ਕੁਲਦੀਪ ਜੀ ਤੋਂ ਲੈਂਦੇ ਹਾਂ। ਠੀਕ ਹੈ ਸਰ, ਪਲੀਜ਼। ਹਾਂਜੀ, ਪ੍ਰਣਾਮ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਸਾਹਿਬ ਜੀ ਦਾ ਬੜਾ ਧੰਨਵਾਦ ਕਰਦਾ ਜੀ, ਇਹਨਾਂ ਨੇ ਮੈਨੂੰ ਮੌਕਾ ਦਿੱਤਾ ਇੱਥੇ ਕੁਝ ਵਿਚਾਰ ਰੱਖਣ ਦਾ। ਮੈਂ ਕੀ ਕਹਿਣਾ ਚਾਹਾਂਗਾ ਕਿ ਇਹਨਾਂ ਦੇ ਪਹਿਲੇ ਸਵਾਲ ਦੇ ਜਵਾਬ ਦੇ ਵਿੱਚ ਮੈਂ ਇਹ ਕਹਾਂਗਾ ਕਿ ਜੋ ਦੁਨੀਆ ਹੈ ਪਹਿਲਾਂ ਹੀ ਬੜੀ ਸਿਆਣੀ, ਬਹੁਤ ਸਮਝਦਾਰ, ਬੜੀ ਅਕਲਮੰਦ ਹੈ। ਇਹਨੂੰ ਅਸੀਂ ਛੋਟੇ ਜਿਹੇ ਜੀਵ ਕੁਛ ਨਹੀਂ ਦੇ ਸਕਦੇ। ਪਰ ਜੋ ਸਵਾਲ ਹੈ ਕਿ ਆਪਣੇ ਵੱਲੋਂ ਤੁਸੀਂ ਇਸ ਚੱਲਦੇ ਹਵਨ ਦੇ ਵਿੱਚ ਕੀ ਆਹੂਤੀ ਦੇ ਸਕਦੇ ਹੋ, ਉਹ ਇਹ ਹੈ ਜੀ, ਜੋ ਪਹਿਲੀ ਚੀਜ਼ ਜੋ ਅਸੀਂ ਪਿੱਛੇ ਬਜ਼ੁਰਗਾਂ ਤੋਂ ਸਿੱਖਿਆ, ਇੱਕ ਦੂਜੇ ਦੇ ਨਾਲ ਇਕੱਠੇ ਰਹਿਣਾ, ਇੱਕ ਦੂਜੇ ਦਾ ਹੱਥ ਫੜ ਕੇ ਜੀਵਨ ਦੇ ਵਿੱਚ ਅੱਗੇ ਕਿਵੇਂ ਵਧਣਾ। ਇਹ ਸਾਡੀ ਦੇਣ ਕਿ ਕਿਸੇ ਨਾਲ ਟੁੱਟ ਕੇ ਨਹੀਂ, ਕਿਸੇ ਨਾਲ ਜੁੜ ਕੇ ਕਿਵੇਂ ਜੀਆ ਜਾ ਸਕਦਾ। ਇੱਕ ਤਾਂ ਮੈਂ ਇਹ, ਔਰ ਜੋ ਦੂਸਰੀ ਜੋ ਚੀਜ਼ ਹੈ, ਜਿਵੇਂ ਮੈਂ ਮਾਰਸ਼ਲ ਆਰਟ ਦਾ ਟੀਚਰ ਹਾਂ, ਇਹਦੇ ਵਿੱਚ ਅਸੀਂ
ਪਹਿਲਾਂ ਹੀ ਬੱਚੇ ਨੂੰ ਇਹੀ ਸਿਖਾਉਂਦੇ ਹਾਂ ਵੀ ਗਿਰ ਕੇ ਦੁਬਾਰਾ ਕਿਵੇਂ ਉੱਠਣਾ, ਇੱਕ ਵਾਰ ਟੁੱਟ ਕੇ ਦੁਬਾਰਾ ਫਿਰ ਖੜੇ ਕਿਵੇਂ ਹੋਣਾ, ਦੂਸਰਾ ਇਹ। ਅਤੇ ਤੀਸਰਾ ਇਹ ਦੱਸੂੰਗਾ ਕਿ ਅਸੀਂ ਜੋ ਭੁੱਲ ਚੁੱਕੇ ਹਾਂ ਪਿਛਲਾ, ਉਹਦੇ ਨਾਲ ਦੁਬਾਰਾ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੋ ਸਾਡੀ ਮਾਰਸ਼ਲ ਆਰਟ ਦੀ ਵਿੱਦਿਆ ਜਾਂ ਸਾਡੀ ਸਨਾਤਨ ਵਿੱਦਿਆ ਜਾਂ ਸਾਡੀ ਸਦੀਆਂ ਤੋਂ ਚੱਲੀ ਹੋਈ ਸ਼ਿਵ ਮਹਾਰਾਜ ਤੋਂ ਚੱਲੀ ਹੋਈ ਪਰਸ਼ੂਰਾਮ ਜੀ ਦੇ, ਆਯੱਪਾ ਜੀ ਦੇ ਥਰੂ, ਕਲੈਰੀ ਪੱਟੂ ਦੇ ਥਰੂ, ਜਾਂ ਅੱਗੇ ਫਿਰ ਮਹਾਤਮਾ ਬੋਧੀ ਭਿਕਸ਼ੂਆਂ ਦੇ ਵਿੱਚੋਂ ਆ ਕੇ ਦਾਮੋ ਜੀ ਦੇ ਥਰੂ ਕੁੰਫੂ ਬਣਿਆ, ਉਹਨਾਂ ਦੇ ਥਰੂ ਜੋ ਉਹਨਾਂ ਨੇ ਰੀਅਲ ਸਿਖਾਇਆ ਸੀ ਉਹ ਰੀਅਲ ਦੇਣ ਦੀ ਕੋਸ਼ਿਸ਼ ਕਰੀਏ ਲੋਕਾਂ ਨੂੰ ਕਿ ਅਸਲ ਦੇ ਵਿੱਚ ਮਾਰਸ਼ਲ ਆਰਟ ਹੈ ਕੀ, ਅਸਲ ਦੇ ਵਿੱਚ ਇਹਦੇ ਨਾਲ ਤੁਹਾਨੂੰ ਫਰਕ ਕੀ ਪੈਣਾ, ਤੁਹਾਨੂੰ ਇਸ ਦੁਨੀਆ ਦੇ ਵਿੱਚ ਅਵੇਅਰ ਹੋ ਕੇ ਜੀਣ ਦੀ ਜਾਂਚ ਆਵੇ, ਇਸ ਦੁਨੀਆ ਦੇ ਵਿੱਚ ਨਾਲ ਕਿਵੇਂ ਰਹਿਣਾ, ਇਸ ਦੁਨੀਆ ਦੇ ਨਾਲ ਕਿਸੇ ਨੂੰ ਤੋੜੇ ਤੋਂ ਬਿਨਾਂ ਜੁੜ ਕੇ ਕਿਵੇਂ ਰਹੀਏ। ਔਰ ਇਹ ਮੇਰੇ ਪਹਿਲੇ ਸਵਾਲ ਦਾ ਜੀ। ਦੂਸਰੇ ਸਵਾਲ ਦਾ ਜੇਕਰ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕਰੀਏ ਕਿ ਫੀਮੇਲਸ ਜੋ ਨੇ ਜਾਂ ਇੱਕ ਬੱਚੀ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ, ਉਹਦੇ ਬਾਰੇ ਮੈਂ ਇੱਕ ਵਿਚਾਰਧਾਰਾ ਕਹੂੰਗਾ। ਵਿਚਾਰਧਾਰਾ ਨਹੀਂ ਕਹਿ ਸਕਦੇ ਅਸੀਂ, ਇੱਕ ਪਾਗਲਪਨ ਮੈਂ ਕਹਿ ਸਕਦਾ ਕਿ ਜਿਸ ਨੇ ਨਾਰੀ ਜਾਤੀ ਨੂੰ ਸਮਝਿਆ ਹੀ ਨਹੀਂ, ਜਿਸ ਨੇ ਨਾਰੀ ਜਾਤੀ ਨੂੰ ਸਮਝ ਲਿਆ, ਕਿਉਂਕਿ ਸਾਨੂੰ ਜਨਮ ਦੇਣ ਵਾਲੀ ਇੱਕ ਮਾਂ ਹੀ ਹੈ, ਅਤੇ ਜੇ ਅਸੀਂ ਆਪਣੀ ਮਾਂ ਦੀ ਕਦਰ ਕਰਦੇ ਹਾਂ ਤਾਂ ਅਸੀਂ ਆਪਣੀ ਬੇਟੀ ਦੀ ਵੀ ਉਨੀ ਹੀ ਕਦਰ ਕਰਾਂਗੇ। ਇਹ ਉਹ ਲੋਕ ਕਰਦੇ ਨੇ ਜਿਨ੍ਹਾਂ ਨੇ ਨਾਰੀ ਜਾਤੀ ਨੂੰ ਚੰਗੀ ਤਰ੍ਹਾਂ ਸਮਝਿਆ ਹੀ ਨਹੀਂ ਹੈ, ਅਤੇ ਸਮਝਣਾ ਸਾਨੂੰ ਨਾਰੀ ਜਾਤੀ ਨੂੰ ਸਮਝਣ ਦੀ ਲੋੜ ਹੈ। ਅਤੇ ਅਸੀਂ ਇਹੀ ਚਾਹਾਂਗੇ ਕਿ ਪਹਿਲਾਂ ਨਾਰੀ ਜਾਤੀ ਦੀ ਲਈ ਸਮਝੀਏ, ਕਿਉਂਕਿ ਇੱਕ ਹੋਰ ਗੱਲ ਕਹੀ ਜਾਂਦੀ ਹੈ ਕਿ ਜੋ ਵੀ ਪੁਰਸ਼ ਕੋਈ ਕਾਮਯਾਬ ਹੁੰਦਾ ਹੈ ਉਹਦੇ ਪਿੱਛੇ ਨਾਰੀ ਦਾ ਜ਼ਰੂਰ ਹੱਥ ਹੁੰਦਾ ਹੈ। ਬਾਕੀ ਪੁਰਸ਼ ਅਤੇ ਪ੍ਰਕਿਰਤੀ ਦੋਨੋਂ ਇਕੱਠੇ ਨੇ, ਜਿਹਨੇ ਸ਼ਿਵ ਅਤੇ ਸ਼ਕਤੀ ਨੂੰ ਸਮਝ ਲਿਆ ਉਹ ਫਿਰ ਇੱਦਾਂ ਦੀ ਗੱਲ ਨਹੀਂ ਕਰੂਗਾ। ਅਤੇ ਅਸੀਂ ਇਸ ਚੀਜ਼ ਲਈ ਵੀ ਉਪਰਾਲੇ ਕਰਾਂਗੇ। ਅਸੀਂ ਲੜਕੀਆਂ ਨੂੰ ਮਾਰਸ਼ਲ ਆਰਟ ਦੇ ਥਰੂ ਪ੍ਰੀਪੇਅਰ ਕਰਦੇ ਹਾਂ ਕਿ ਉਹ ਸਮਾਜ ਦੇ ਵਿੱਚ ਆਪਣੇ ਦਮ 'ਤੇ ਰਹਿ ਸਕਣ ਅਤੇ ਲੋੜ 'ਤੇ ਕਿਸੇ ਦੀ ਮਦਦ ਵੱਲ ਨਾ ਦੇਖਣ, ਆਪਣੀ ਮਦਦ ਆਪ ਕਰ ਸਕਣ। ਜਿਵੇਂ ਕਿ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੇ ਨਾਲ ਗਏ ਸੀਗੇ ਰੁਕਮਣੀ ਜੀ, 16,000 ਰਾਣੀ ਨੂੰ ਛੁਡਾ ਕੇ ਲੈ ਕੇ ਆਏ ਸੀਗੇ, ਅਤੇ ਉੱਦਾਂ ਦੇ ਨਿਪੁੰਨ ਕਰਨਾ ਚਾਹੁੰਦੇ ਹਾਂ ਲੜਕੀਆਂ ਨੂੰ। ਜਿਵੇਂ ਦੁਰਗਾ ਮਾਤਾ ਕਲਯੁਗ ਰਾਖਸ਼ਾਂ ਦੇ ਮੂਹਰੇ ਖੜ੍ਹ ਗਈ ਸੀ, ਅਸੀਂ ਉੱਦਾਂ ਪ੍ਰੀਪੇਅਰ ਕਰਨਾ ਚਾਹੁੰਦੇ ਹਾਂ ਲੜਕੀਆਂ ਨੂੰ। ਅਤੇ ਇਸ ਤਰ੍ਹਾਂ ਦੀ ਲੜਕੀਆਂ ਦੀ ਹੋਂਦ ਹੋਏਗੀ, ਲੜਕੀਆਂ ਆਪਣੇ ਆਪ 'ਚ ਸક્ષਮ ਹੋਣਗੀਆਂ, ਤਾਂ ਮੈਨੂੰ ਲੱਗਦਾ ਨਹੀਂ ਕਿ ਲੜਕੀਆਂ ਦਾ ਕੋਈ ਅਪਮਾਨ ਕਰ ਸਕਦਾ। ਅਤੇ ਬਾਕੀ ਰਹੀ ਗੱਲ ਜੀ ਇਸ ਆਫਿਸ ਦੀ, ਇਸ ਆਫਿਸ ਦੇ ਵਿੱਚ ਆ ਕੇ ਮੈਨੂੰ ਬੜੀ ਸ਼ਾਂਤੀ ਆਤਮਿਕ ਮਿਲੀ ਆ, ਅਤੇ ਬਹੁਤ ਅੱਛਾ ਲੱਗਾ ਸਾਹਿਲ ਜੀ ਨਾਲ ਮਿਲ ਕੇ, ਔਰ ਇਹਨਾਂ ਦੇ ਕੰਮ ਦੇਖ ਕੇ ਬਹੁਤ ਹੀ ਸਕੂਨ ਮਿਲਦਾ ਮਨ ਦੇ ਵਿੱਚ ਕਿ ਕੋਈ ਇਸ ਤਰ੍ਹਾਂ ਦਾ ਹੈ ਜੋ ਲੋਕਾਂ ਦੀਆਂ ਤਕਲੀਫਾਂ ਨੂੰ ਆਪਣੀ ਤਕਲੀਫ ਮੰਨਦਾ। ਬਟ ਪੰਜਾਬ ਦੇ ਵਿੱਚ ਇੱਕ ਕਹਾਵਤ ਆ, ਤੈਨੂੰ ਕੀ ਅਤੇ ਮੈਨੂੰ ਕੀ। ਉਹ ਕਹਿੰਦੇ ਜੀ ਭਾਈ ਸਾਹਿਬ ਅੱਗ ਲੱਗ ਗਈ, ਉਹ ਕਹਿੰਦਾ ਯਾਰ ਫਿਰ ਮੈਨੂੰ ਕੀ, ਕਹਿੰਦਾ ਨਹੀਂ ਭਾਈ ਸਾਹਿਬ ਤੁਹਾਡੇ ਘਰੇ ਲੱਗੀ ਆ, ਕਹਿੰਦਾ ਯਾਰ ਫਿਰ ਤੈਨੂੰ ਕੀ। ਅਸੀਂ ਇਸ ਪ੍ਰਕਿਰਤੀ ਤੋਂ ਬਾਹਰ ਨਿਕਲੀਏ, ਹਰੇਕ ਦੇ ਦੁੱਖ ਨੂੰ ਆਪਣਾ ਦੁੱਖ ਸਮਝਣ ਦੀ ਕੋਸ਼ਿਸ਼ ਕਰੀਏ, ਜਿਹਨੂੰ ਸਾਹਿਲ ਜੀ ਸਮਝਦੇ ਆ, ਅਤੇ ਇਹਨਾਂ ਤੋਂ ਇਹ ਗੱਲਾਂ ਅਸੀਂ ਸਿੱਖਣ ਦੀ ਕੋਸ਼ਿਸ਼ ਕਰੀਏ। ਇਹਨਾਂ ਕਹਿਣ ਦੇ ਨਾਲ ਹੀ ਧੰਨਵਾਦ ਜੀ। ਠੀਕ ਹੈ। ਸੋ ਥੈਂਕ ਯੂ ਸੋ ਮਚ ਕੁਲਦੀਪ ਜੀ।